पंजाब ਦਾ ਜਿਹੜਾ ਸੰਘਰਸ਼ ਹੈ ਜਾਂ ਪੰਜਾਬ ਦੀ ਜਿਹੜੀ ਫਾਰਮਰਸ ਮੂਵਮੈਂਟ ਹੈ ਇਹ ਮੇਰਾ ਆਪਣਾ ਮੰਨਣਾ ਹੈ ਕਿ ਇਟਸ ਅ ਰਿਮਾਰਕੇਬਲ ਮੂਵਮੈਂਟ ਰਿਮਾਰਕੇਬਲ ਡਿਵੈਲਪਮੈਂਟ ਆਲਸੋ ਜੇ ਇੰਨੇ ਦਸ਼ਕਾਂ ਤੋਂ ਅਮਰੀਕਾ ਔਰ ਯੂਰਪ ਵਿੱਚ ਇਹ ਰਿਫਾਰਮ ਫੇਲ ਹੋ ਚੁੱਕੇ ਹੈਗੇ ਕਿਸਾਨ ਦੀ ਇਨਕਮ ਵਧਾਉਣ ਵਿੱਚ ਤਾਂ ਮੈਨੂੰ ਸਮਝ ਨਹੀਂ ਆਉਂਦਾ ਕਿ ਸਾਡੇ ਇਕਨੋਮਿਸਟ ਪਹਿਲੇ ਸਾਨੂੰ ਕਿਉਂ ਨਹੀਂ ਸਮਝਾਉਂਦੇ ਕਿ ਅਮਰੀਕਾ ਔਰ ਯੂਰਪ ਵਿੱਚ ਕਿਉਂ ਫੇਲ ਹੋਏ We have socialism for corporates and we have capitalism for farmers. I think this has to change. ਸਵਾਗਤ ਹੈ ਤੁਹਾਡਾ ਸਾਰਿਆਂ ਦਾ ਦੇਸ਼ ਪ੍ਰਦੇਸ਼ ਟੀਵੀ ਦੇ ਵਿੱਚ। ਸਾਡੇ ਸਾਰੇ ਵਿਊਅਰਸ, ਸਾਡੇ ਸਾਰੇ ਦਰਸ਼ਕ ਜਿਹੜੇ ਸਾਨੂੰ ਇੱਥੇ ਦੇਸ਼ ਦੇ ਵਿੱਚ ਵੀ ਦੇਖ ਰਹੇ ਨੇ ਤੇ ਵਿਦੇਸ਼ ਦੇ ਵਿੱਚ ਵੀ ਦੇਖ ਰਹੇ ਨੇ। ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਦਵਿੰਦਰ ਸ਼ਰਮਾ ਜੀ ਨਾਲ, ਜਿਨ੍ਹਾਂ ਨੂੰ ਮੈਨੂੰ ਨਹੀਂ ਲੱਗਦਾ ਕਿ ਕਿਸੇ ਤਰ੍ਹਾਂ ਦਾ ਕੋਈ ਇੰਟਰੋਡਕਸ਼ਨ ਦੀ ਲੋੜ ਆ। ਤੁਸੀਂ ਪਿਛਲੇ ਕਾਫੀ ਸਮੇਂ ਤੋਂ ਉਹਨਾਂ ਨੂੰ ਕਈ ਟੀਵੀ ਚੈਨਲਸ 'ਤੇ, ਅਖਬਾਰਾਂ 'ਤੇ, ਦੇਸ਼ਾਂ ਦੇ ਅਖਬਾਰਾਂ ਦੇ ਅਤੇ ਵਿਦੇਸ਼ਾਂ ਦੇ ਅਖਬਾਰਾਂ ਵਿੱਚ, ਨੈਸ਼ਨਲ ਔਰ ਇੰਟਰਨੈਸ਼ਨਲ ਅਖਬਾਰਾਂ ਦੇ ਵਿੱਚ ਪੜ੍ਹਿਆ ਹੋਣਾ। ਬੜਾ ਲੰਬਾ ਤਜਰਬਾ ਉਹਨਾਂ ਦਾ, ਖੇਤੀਬਾੜੀ ਦੇ ਐਕਸਪਰਟ ਨੇ ਔਰ ਅਕਸਰ ਜਿਹੜੀ ਇਸ ਟਾਈਮ ਜਿਹੜਾ ਕਿਸਾਨੀ ਦਾ ਸੰਘਰਸ਼ ਚੱਲ ਰਿਹਾ ਉਹਨਾਂ ਦੀ ਰਾਏ ਵੀ ਲਿੱਤੀ ਜਾਂਦੀ ਹੈ, ਉਹਨਾਂ ਦੇ ਵਿਚਾਰ ਵੀ ਲਿੱਤੇ ਜਾਂਦੇ ਨੇ। ਅਤੇ ਅਸੀਂ ਅੱਜ ਉਹਨਾਂ ਨਾਲ ਗੱਲ ਕਰਨ ਜਾ ਰਹੇ ਨੇ ਕਿ ਜਿਹੜਾ ਭਾਰਤ ਹੈ ਇਸ ਟਾਈਮ ਜਿਹੜਾ ਪ੍ਰੈਜ਼ੈਂਟ ਦੌਰ ਦੇ ਵਿੱਚੋਂ ਲੰਘ ਰਿਹਾ, ਜਿਸ ਤਰ੍ਹਾਂ ਦਾ ਕਿਸਾਨੀ ਦਾ ਸੰਘਰਸ਼ ਚੱਲ ਰਿਹਾ, ਉਸ ਬਾਰੇ ਉਹਨਾਂ ਦੀ ਕੀ ਰਾਏ ਨੇ। ਉਹਨਾਂ ਤੋਂ ਹਰ ਤਰ੍ਹਾਂ ਦੇ ਸਵਾਲ, ਉਹਨਾਂ ਦੇ ਹਰ ਪਹਿਲੂ 'ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਵਾਗਤ ਹੈ ਤੁਹਾਡਾ ਦਵਿੰਦਰ ਸ਼ਰਮਾ ਜੀ ਦੇਸ਼ ਪ੍ਰਦੇਸ਼ ਟੀਵੀ ਦੇ ਵਿੱਚ। ਥੈਂਕ ਯੂ ਵੈਰੀ ਮਚ ਸਰ। ਥੈਂਕ ਯੂ ਸਰ, ਤੁਹਾਨੂੰ ਪਤਾ ਹੀ ਹੈ ਦਵਿੰਦਰ ਸ਼ਰਮਾ ਜੀ ਕਿ ਕਿਸ ਤਰ੍ਹਾਂ ਅੱਜ ਜਿਹੜਾ ਕਿਸਾਨੀ ਦਾ ਸੰਘਰਸ਼ ਆ, ਅੱਜ ਲਗਭਗ 13ਵਾਂ ਦਿਨ ਹੈ ਜੋ ਤੋਂ ਕਿਸਾਨ ਦਿੱਲੀ ਦੇ ਬਾਰਡਰ 'ਤੇ ਬੈਠੇ ਹੋਏ ਨੇ। ਔਰ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਵੱਖਰੀਆਂ ਵੱਖਰੀਆਂ ਸੂਬਿਆਂ ਦੇ ਵਿੱਚ ਜਿਹੜੇ ਆ ਕਿਸਾਨ ਰੇਲ ਦੀਆਂ ਪਟੜੀਆਂ 'ਤੇ ਵੀ ਬੈਠੇ ਨੇ, ਸੜਕਾਂ 'ਤੇ ਵੀ ਬੈਠੇ ਨੇ, ਪਲੇਟਫਾਰਮਸ 'ਤੇ ਵੀ ਬੈਠੇ ਨੇ। ਕਿਸ ਮੋੜ 'ਤੇ ਤੁਸੀਂ ਇਸ ਸੰਘਰਸ਼ ਨੂੰ ਅੱਜ ਦੇਖਦੇ ਹੋ? ਪਹਿਲੇ ਦੀ ਗੱਲ ਤਾਂ ਹੈ ਕਿ ਵੀ ਪੰਜਾਬ ਦਾ ਜਿਹੜਾ ਸੰਘਰਸ਼ ਹੈ ਜਾਂ ਪੰਜਾਬ ਦੀ ਜਿਹੜੀ ਫਾਰਮਰਸ ਮੂਵਮੈਂਟ ਹੈ ਇਹ ਮੇਰਾ ਆਪਣਾ ਮੰਨਣਾ ਹੈ ਕਿ ਇਟਸ ਅ ਰਿਮਾਰਕੇਬਲ ਮੂਵਮੈਂਟ ਰਿਮਾਰਕੇਬਲ ਡਿਵੈਲਪਮੈਂਟ ਆਲਸੋ। ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਮੈਂ ਆਪਣੇ ਪੂਰੇ ਜਿਹੜਾ ਮੇਰਾ ਇੰਨਾ ਐਕਸਪੀਰੀਅੰਸ ਰਿਹਾ ਹੈਗਾ ਖੇਤੀ ਦੇ ਨਾਲ ਜੁੜੇ ਹੋਏ ਹੋਣ ਦਾ, ਉਹਦੇ ਵਿੱਚ ਮੈਂ ਐਸਾ ਮੂਵਮੈਂਟ ਨਹੀਂ ਦੇਖਿਆ ਜਿਹਦੇ ਵਿੱਚ ਕਿ ਪੋਲੀਟਿਕਸ ਔਰ ਰਿਲੀਜਨ ਦੋਨਾਂ ਦਾ ਇਨਫਲੂਐਂਸ ਨਾ ਹੋਏ। ਟਾਈਮ ਆ ਗਿਆ ਹੈ ਕਿ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਕਿਸਾਨਾਂ ਦਾ ਜਿਹੜਾ ਦੁੱਖ ਦਰਦ ਹੈ ਉਹ ਸਮਝਣ ਔਰ ਇੱਕ ਐਸਾ ਡਿਸੀਜ਼ਨ ਲੈਣ ਕਿ ਜਿਹਦੇ ਨਾਲ ਕਿਸਾਨ ਖੁਸ਼ਹਾਲੀ ਦੇ ਰਸਤੇ 'ਤੇ ਵਾਪਿਸ ਆਏ। ਸ਼ਰਮਾ ਜੀ, ਹਜੇ ਤੱਕ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ 5 ਦੌਰ ਦੀ ਗੱਲਬਾਤ ਹੋ ਚੁੱਕੀ ਆ। 6ਵੇਂ ਦੌਰ ਦੀ ਜਿਹੜੀ ਗੱਲਬਾਤ ਆ ਉਹ ਕੱਲ੍ਹ 9 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਆਗੂ ਕਰਨ ਜਾ ਰਹੇ ਨੇ। ਹਜੇ ਤੱਕ ਸਾਨੂੰ ਪਤਾ ਕਿ ਜਿਹੜੇ 5 ਦੌਰ ਦੀ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲਿਆ, ਗੱਲਬਾਤ ਜ਼ਰੂਰ ਚੱਲ ਰਹੀ ਹੈ। ਤੁਹਾਨੂੰ ਲੱਗਦਾ ਕਿ ਕੋਈ ਨਾ ਕੋਈ ਨਤੀਜਾ ਨਿਕਲੇਗਾ, ਸਰਕਾਰ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਝੁਕਾਅ ਕਰੇਗੀ ਜਾਂ ਕਾਨੂੰਨ ਜਿਸ ਤਰ੍ਹਾਂ ਦੀ ਮੰਗ ਹੈ ਵਾਪਸ ਲਏਗੀ? ਦੇਖੋ, ਡਾਇਲੋਗ ਤਾਂ ਬਹੁਤ ਇੰਪੋਰਟੈਂਟ ਹੈ ਔਰ ਡਾਇਲੋਗ ਨਾਲ ਹੀ ਕੋਈ ਸੋਲੂਸ਼ਨ ਨਿਕਲੇਗਾ, ਇਹ ਤਾਂ ਸਭ ਅਸੀਂ ਸਮਝਦੇ ਹੈਗੇ ਹਾਂ। ਔਰ ਮੈਨੂੰ ਲੱਗਦਾ ਕਿ ਇਹ ਕੰਟੀਨਿਊਸ਼ਨ ਜਿਹੜੀ ਡਾਇਲੋਗ ਦੀ ਹੋ ਰਹੀ ਹੈ ਇਹ ਵੀ ਬਹੁਤ ਇੰਪੋਰਟੈਂਟ ਹੈ। ਹੈਵਿੰਗ ਸੈਡ ਦੈਟ, ਆਈ ਥਿੰਕ ਸਭ ਤੋਂ ਬੜੀ ਇੰਪੋਰਟੈਂਟ ਗੱਲ ਜਿਹੜੀ ਸਮਝਣ ਦੀ ਵਾਲੀ ਹੈਗੀ ਹੈ ਕਿ ਕਿਸਾਨ ਇੱਕ ਚੀਜ਼ ਬੜੇ ਸਪਸ਼ਟ ਜਿਹੜਾ ਮੈਸੇਜ ਲਾਊਡ ਐਂਡ ਕਲੀਅਰ ਜਿਹਨੂੰ ਪਹਿਲੇ ਤੁਹਾਡੇ ਨਾਲ ਕਿਹਾ ਸੀਗਾ, ਉਹ ਇਹ ਹੈ ਕਿ ਬਈ ਕਿਸਾਨ ਚਾਹੁੰਦਾ ਹੈ ਕਿ ਬਈ ਉਹਨੂੰ ਇੱਕ ਅਸ਼ੋਰਡ ਇਨਕਮ ਮਿਲੇ। ਇਹ ਰਿਫਾਰਮਸ ਬੇਸਿਕਲੀ ਅਸੀਂ ਕੱਟ ਐਂਡ ਪੇਸਟ ਕੀਤੇ ਹੈ ਅਮਰੀਕਾ ਔਰ ਯੂਰਪ ਤੋਂ। ਜੇ ਇੰਨੇ ਦਸ਼ਕਾਂ ਤੋਂ ਅਮਰੀਕਾ ਔਰ ਯੂਰਪ ਵਿੱਚ ਇਹ ਰਿਫਾਰਮ ਫੇਲ ਹੋ ਚੁੱਕੇ ਹੈਗੇ ਕਿਸਾਨ ਦੀ ਇਨਕਮ ਵਧਾਉਣ ਵਿੱਚ, ਤਾਂ ਮੈਨੂੰ ਸਮਝ ਨਹੀਂ ਆਉਂਦਾ ਕਿ ਸਾਡੇ ਇਕਨੋਮਿਸਟ ਪਹਿਲੇ ਸਾਨੂੰ ਕਿਉਂ ਨਹੀਂ ਸਮਝਾਉਂਦੇ ਕਿ ਅਮਰੀਕਾ ਔਰ ਯੂਰਪ ਵਿੱਚ ਕਿਉਂ ਫੇਲ ਹੋਏ, ਕਿਆ ਕਾਰਨ ਸੀਗੇ। ਮੈਂ ਸਰ ਕਹਿ ਰਿਹਾ ਕਿ ਤੁਸੀਂ ਦੇਖੋ, ਅਮਰੀਕਾ ਵਿੱਚ ਮੈਨੂੰ ਯਾਦ ਹੈ ਸਰ ਕਿ ਤਕਰੀਬਨ 6-7 ਦਸ਼ਕ ਹੋ ਗਏ ਹੈ ਜਦ ਤੋਂ ਇਹ ਓਪਨ ਮਾਰਕੀਟਸ ਦਾ ਉੱਥੇ ਚੱਲ ਰਿਹਾ ਹੈਗਾ। ਲੇਕਿਨ ਸਾਡੇ ਦੇਸ਼ ਨੂੰ ਇੱਕ ਚੀਜ਼ ਜਿਹੜੀ ਨਹੀਂ ਪਤਾ ਹੈ ਕਿ ਹਰ 5 ਸਾਲ ਬਾਅਦ ਅਮਰੀਕਾ ਜਿਹੜਾ ਹੈਗਾ ਇੱਕ ਫਾਰਮ ਬਿੱਲ ਲੈ ਕੇ ਆਉਂਦਾ ਹੈ। ਉਹ ਫਾਰਮ ਬਿੱਲ ਜਿਹੜਾ ਹੈਗਾ 2014 'ਚ ਆਇਆ ਸੀਗਾ, ਫਿਰ 2018 'ਚ ਆਇਆ ਹੈਗਾ। ਫਾਰਮ ਬਿੱਲ ਨੂੰ ਅਗਰ ਤੁਸੀਂ ਸਟੱਡੀ ਕਰੋ, ਉਹਦੇ ਵਿੱਚ ਪ੍ਰਾਵਧਾਨ ਹੁੰਦੇ ਹੈ ਕਿ ਐਗਰੀਕਲਚਰ ਨੂੰ ਕਿੰਨੀ ਅਸੀਂ ਸਬਸਿਡੀ ਸਪੋਰਟ ਦੇਣੀ ਹੈਗੀ ਹੈ। ਔਰ ਜਿਹੜਾ ਲੇਟੈਸਟ 2018 ਵਾਲਾ ਜਾਂ 2014 ਦੇ ਫਾਰਮ ਬਿੱਲ ਹੈਗੇ, ਉਹਨਾਂ ਪੜ੍ਹੋ ਤਾਂ ਉਹਨਾਂ ਨੇ ਅਗਲੇ 10 ਸਾਲਾਂ ਵਾਸਤੇ, ਹਾਲਾਂਕਿ 5 ਸਾਲ ਬਾਅਦ ਆਉਂਦਾ ਹੈ ਰਿਫਾਰਮ, ਇਹ ਜਿਹੜਾ ਉਹਨਾਂ ਦਾ ਬਿੱਲ ਹੈਗਾ, ਲੇਕਿਨ ਫਾਰਮ ਬਿੱਲ, ਔਰ ਉਹਦੇ 10 ਸਾਲਾਂ ਵਾਸਤੇ ਉਹ ਐਲੋਕੇਸ਼ਨ ਕਰ ਜਾਂਦੇ ਆ, ਪ੍ਰੋਵੀਜ਼ਨ ਕਰ ਦਿੰਦੇ। ਤਕਰੀਬਨ $1 ਟ੍ਰਿਲੀਅਨ ਦੀ ਸਪੋਰਟ ਐਗਰੀਕਲਚਰ ਵਿੱਚ ਜਾਂਦੀ ਹੈ ਅਮਰੀਕਾ ਵਿੱਚ। $1 ਟ੍ਰਿਲੀਅਨ ਆਈ ਥਿੰਕ ਅਸੀਂ ਇਮੈਜਿਨ ਵੀ ਨਹੀਂ ਕਰ ਸਕਦੇ ਕਿੰਨਾ ਸਪੋਰਟ ਉੱਥੇ 10 ਸਾਲਾਂ ਵਿੱਚ ਉਹ ਦੇ ਰਹੇ ਹੈਗੇ, ਔਰ ਇਹ ਲਗਾਤਾਰ ਦੇ ਰਹੇ, ਜਦ ਕਿ ਅਸੀਂ ਬਿਲੀਵ ਕਰਦੇ ਹਾਂ ਕਿ ਮਾਰਕੀਟ ਐਫੀਸ਼ੀਐਂਸੀ ਹੈ। ਅਗਰ ਇਹ ਮਾਰਕੀਟ ਐਫੀਸ਼ੀਐਂਸੀ ਹੁੰਦੀ ਤਾਂ ਤੁਸੀਂ ਮੰਨੋਗੇ ਅਮਰੀਕਨ ਗਵਰਨਮੈਂਟ ਹੈਜ਼ ਨੋ ਇੰਟਰਸਟ ਕਿ ਉਹ $1 ਟ੍ਰਿਲੀਅਨ ਖਰਚ ਕਰਦੇ ਨੇ ਐਗਰੀਕਲਚਰ ਵਾਸਤੇ। ਮਾਰਕੀਟਸ ਐਫੀਸ਼ੀਐਂਟ ਨਹੀਂ ਹੈਗੀਆਂ, ਇਹਦਾ ਮਤਲਬ ਇਹ ਨਿਕਲਿਆ। ਦੂਸਰੀ ਗੱਲ ਹੈ ਕਿ ਦੇਖੋ, ਅੱਜ ਦੀ ਸਿਚੁਏਸ਼ਨ ਦੇਖੀਏ, ਇੱਕ এনवायरमेंट ਵਰਕਿੰਗ ਗਰੁੱਪ ਹੈ ਅਮਰੀਕਾ ਵਿੱਚ, ਇਹ ਬਹੁਤ ਇੰਪੋਰਟੈਂਟ ਹੈ, ਦੇ ਫੋਲੋ ਦੀ ਸਬਸਿਡੀਜ਼।
ਉਹਨਾਂ ਦਾ ਇੱਕ ਅੰਕਲਨ ਕਹਿੰਦਾ ਹੈਗਾ ਕਿ 1995 ਤੋਂ ਲੈ ਕੇ 2020 ਤੱਕ ਅੱਜ ਤੱਕ ਇਨਕਲੂਡਿੰਗ ਜਿਹੜਾ ਹੁਣ ਪ੍ਰੈਜ਼ੀਡੈਂਟ ਟਰੰਪ ਨੇ ਸਬਸਿਡੀਜ਼ ਦਿੱਤੀਆਂ ਹੈਗੀਆਂ ਚਾਈਨਾ ਦੇ ਕਰਕੇ ਉਹਨਾਂ ਦਾ ਜਿਹੜਾ ਕਨਫਲਿਕਟ ਹੋਇਆ ਸੀਗਾ ਟ੍ਰੇਡ ਵਾਸਤੇ, ਤਾਂ ਉਹਨੂੰ ਐਡਰੈਸ ਕਰਨ ਵਾਸਤੇ ਵੀ 425 ਬਿਲੀਅਨ ਡਾਲਰ ਦੀ ਸਬਸਿਡੀ ਕਿਸਾਨਾਂ ਨੂੰ ਮਿਲੀ ਹੈਗੀ ਹੈ, ਚਾਹੇ ਕੰਜ਼ਰਵੇਸ਼ਨ ਦੇ ਉਸ ਰਸਤਿਆਂ ਤੋਂ ਜਾਂ ਡਾਇਰੈਕਟ ਇਨਕਮ ਸਪੋਰਟ ਕਹਿ ਲਓ ਜਾਂ ਜੋ ਵੀ ਹੈ, 425 ਬਿਲੀਅਨ ਡਾਲਰ ਦੀ ਸਬਸਿਡੀ ਮਿਲੀ ਹੈ। ਉਹਦੇ ਬਾਵਜੂਦ ਵੀ ਅੱਜ ਕਿਸਾਨਾਂ ਦੇ ਸਿਰ ਤੇ ਜਿਹੜਾ ਕਰਜ਼ਾ ਖੜਾ ਹੈ ਅਮਰੀਕਾ 'ਚ, ਜਿਹਨੂੰ ਬੈਂਕਰਪਸੀ ਕਹਿੰਦੇ ਹੈਗੇ ਆ, ਦੈਟ ਇਜ਼ ਅਗੇਨ 425 ਬਿਲੀਅਨ ਡਾਲਰ। ਤੁਸੀਂ ਦੇਖੋ 425 ਬਿਲੀਅਨ ਡਾਲਰ ਦੀ ਇਨਵੈਸਟਮੈਂਟ ਹੋਣ ਤੋਂ ਬਾਵਜੂਦ ਵੀ ਤੁਹਾਨੂੰ 425 ਬਿਲੀਅਨ ਡਾਲਰ ਦਾ ਕਰਜ਼ਾ ਖੜਾ ਹੈ। ਇਹ ਮਾਰਕੀਟਸ ਕੰਮ ਕਰ ਰਹੀਆਂ। ਆਈ ਥਿੰਕ ਸਾਨੂੰ ਸਮਝਣਾ ਚਾਹੀਦਾ ਕਿ ਇਹਦਾ ਮਤਲਬ ਮਾਰਕੀਟ ਸਾਰੇ ਫੇਲੀਅਰ। ਹਾਂਜੀ, ਔਰ ਤੁਸੀਂ ਦੇਖੋ ਕਿ ਅਮਰੀਕਾ ਵਿੱਚ ਰੇਟ ਆਫ ਸੁਸਾਈਡ ਇਨ ਰੂਰਲ ਏਰੀਆਜ਼ 45% ਜ਼ਿਆਦਾ ਹੈਗਾ ਅਰਬਨ ਏਰੀਆਜ਼ ਤੋਂ। ਹਾਂਜੀ, ਤੇ ਇਹ ਅੱਜ ਕੱਲ੍ਹ ਦੇ ਹਾਲਾਤ ਜਦ ਅਸੀਂ ਕਹਿੰਦੇ ਕਿ ਮਾਰਕੀਟਸ ਆਰ ਐਫੀਸ਼ੀਐਂਟ ਇਨ ਅਮਰੀਕਾ। ਅਗਰ ਮਾਰਕੀਟਸ ਐਫੀਸ਼ੀਐਂਟ ਹੁੰਦੀ ਤਾਂ ਤੁਸੀਂ ਮੰਨੋਗੇ ਇਸ ਗੱਲ ਨੂੰ ਕਿ ਕਿਸਾਨ ਖੇਤੀ ਛੱਡ ਕੇ ਨਹੀਂ ਜਾਂਦੇ। 1970 ਤੋਂ ਲੈ ਕੇ ਅੱਜ ਤੱਕ ਤਕਰੀਬਨ 93% ਡੇਅਰੀ ਫਾਰਮਸ ਜਿਹੜੇ ਹੈਗੇ ਅਮਰੀਕਾ ਦੇ ਬੰਦ ਹੋ ਗਏ। ਪਿਛਲੇ 10 ਸਾਲਾਂ ਵਿੱਚ 17,000 ਡੇਅਰੀ ਫਾਰਮ ਬੰਦ ਹੋ ਗਏ, ਔਰ ਇਹ ਡੇਅਰੀ ਫਾਰਮ ਉਹ ਸੀਗੇ ਜਿਹੜੇ ਕਿ ਟੈਕਨੋਲੋਜੀ ਬੜੇ ਰਿਚ ਸੀਗੇ। ਹਾਂਜੀ, ਟੈਕਨੋਲੋਜੀ ਰਿਚ ਸੀਗੇ, ਮਤਲਬ ਕੋਈ ਸੋਫਿਸਟੀਕੇਟਡ ਟੈਕਨੋਲੋਜੀ ਲਗਾਉਂਦੇ ਸੀਗੇ। ਇਹ ਗੱਲ ਨਹੀਂ ਹੈਗੀ ਕਿ ਉਹਨਾਂ ਕੋਲ ਟੈਕਨੋਲੋਜੀ ਨਹੀਂ ਸੀਗੀ, ਲੇਕਿਨ ਪ੍ਰਾਈਸਿਸ ਇੰਨੇ ਕ੍ਰੈਸ਼ ਕੀਤੇ ਕਿ ਮਜਬੂਰ ਉਹਨਾਂ ਨੂੰ ਬੰਦ ਕਰਨੇ ਵੇ। ਲੇਕਿਨ ਮਿਲਕ ਦੀ ਪ੍ਰੋਡਕਸ਼ਨ ਵੱਧ ਜਾਂਦੀ ਹੈ। ਤੁਸੀਂ ਸੋਚੋਗੇ ਕਿ ਵੀ ਅਗਰ ਡੇਅਰੀ ਫਾਰਮ ਬੰਦ ਹੋ ਗਿਆ ਤਾਂ ਮਿਲਕ ਦੀ ਪ੍ਰੋਡਕਸ਼ਨ ਗਿਰੇਗੀ, ਲੇਕਿਨ ਮਿਲਕ ਦੀ ਪ੍ਰੋਡਕਸ਼ਨ बढ़ ਜਾਂਦੀ ਹੈ ਕਿਉਂਕਿ ਕਾਰਪੋਰੇਟਸ ਹੁਣ ਮਿਲਕ ਵਿੱਚ ਆ ਗਏ ਪ੍ਰੋਡਕਸ਼ਨ ਵਿੱਚ। ਸੋ ਕਿਸਾਨ ਨਿਕਲੇ, ਕਾਰਪੋਰੇਟਸ ਨੇ ਕਬਜ਼ਾ ਕਰ ਲਿਆ। ਇਹੀ ਡਿਜ਼ਾਈਨ ਅਸੀਂ ਹਿੰਦੁਸਤਾਨ 'ਚ ਲੈ ਕੇ ਆਏ ਹੈਗੇ। ਹੁਣ ਇਹੀ ਡਿਜ਼ਾਈਨ ਜਿਹੜਾ ਹੈਗਾ ਇਹਦਾ ਮਤਲਬ ਕਿ ਛੋਟੇ ਕਿਸਾਨ ਜਿਹੜੇ ਹੈਗੇ ਆ ਉਹ ਖੇਤੀ 'ਚੋਂ ਨਿਕਲਣਗੇ, ਜੋ ਉਹੀ ਪੈਟਰਨ ਅਸੀਂ ਫੋਲੋ ਕਰ ਰਹੇ ਹਾਂ, ਕੋਈ ਨਵੀਂ ਚੀਜ਼ ਤਾਂ ਉੱਥੇ ਹੈ ਨਹੀਂ ਹੈ। ਔਰ ਇਹ ਕਹਿ ਕੇ ਕਿ ਵੀ ਦੇਖੋ ਨਾ, ਉੱਥੇ ਤਾਂ ਲੈਂਡ ਹੋਲਡਿੰਗਸ ਬੜੀਆਂ ਹੈਗੀਆਂ ਅਮਰੀਕਾ 'ਚ। 444 ਏਕੜ ਦੀ ਐਵਰੇਜ ਲੈਂਡ ਹੋਲਡਿੰਗ ਸਾਈਜ਼ ਹੈ, ਇੱਥੇ 5 ਏਕੜ ਦੀ ਐਵਰੇਜ ਲੈਂਡ ਹੋਲਡਿੰਗ ਸਾਈਜ਼ ਹੈ। ਜਿਹੜਾ ਮਾਡਲ 444 ਏਕੜ ਵਾਸਤੇ ਲੈ ਕੇ ਆਏ ਸੀ ਉਹ ਉੱਥੇ ਨਹੀਂ ਕੰਮ ਕਰ ਰਿਹਾ, ਤਾਂ ਤੁਸੀਂ ਦੱਸੋ ਕਿ ਛੋਟੇ ਜਿਹੜੇ ਲੈਂਡ ਹੋਲਡਿੰਗਸ ਹੈ ਉਹਨਾਂ ਵਿੱਚ ਕਿਸ ਤਰ੍ਹਾਂ ਕੰਮ ਕਰੇਗਾ। ਸੋ ਕਹਿਣ ਦਾ ਮਤਲਬ ਹੈ ਕਿ ਸਰ ਲੈਟ ਅਸ ਆਸਕ ਦੀ ਇਕੋਨੋਮਿਸਟ ਕਿ ਸਾਨੂੰ ਦੱਸਣ ਤਾਂ ਸਹੀ, ਕਿ ਕੰਪੇਅਰ ਤਾਂ ਕਰਨ ਕਿ ਵੀ ਕਿੱਥੇ ਤੁਸੀਂ ਕਹਿੰਦੇ ਹੋ ਕਿ ਸਕਸੈਸਫੁਲ ਹੋਇਆ ਹੈਗਾ ਇਹ ਮਾਰਕੀਟ ਰਿਫਾਰਮਸ ਜਿਹੜਾ ਤੁਸੀਂ ਹਿੰਦੁਸਤਾਨ 'ਚ ਲੈ ਕੇ ਆ ਗਏ ਹੋ। ਸ਼ਰਮਾ ਜੀ, ਇਹ ਤੁਸੀਂ ਬੜਾ ਵਿਸਤਾਰ 'ਚ ਸਾਨੂੰ ਸਾਰਾ ਸਮਝਾਇਆ, ਲੇਕਿਨ ਮੈਨੂੰ ਇੱਕ ਚੀਜ਼ ਦੱਸੋ ਕਿ ਕੀ ਮੋਦੀ ਸਰਕਾਰ ਜਾਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਖੁਦ ਜਾਂ ਉਹਨਾਂ ਦੇ ਖੇਤੀਬਾੜੀ ਮੰਤਰੀ ਜਾਂ ਉਹਨਾਂ ਦਾ ਤੁਹਾਨੂੰ ਪਤਾ ਵੀ ਕਿੰਨਾ ਲਾਮ ਲਸ਼ਕਰ ਹੁੰਦਾ, ਤੰਤਰ ਸ਼ੰਤਰ ਹੁੰਦਾ, ਸਾਰੇ ਜਿਹੜੇ ਉਹਨਾਂ ਦੇ ਅਫਸਰ ਨੇ, ਕੀ ਉਹਨਾਂ ਨੇ ਇਹ ਚੀਜ਼ਾਂ ਉਹਨਾਂ ਨੂੰ ਨਹੀਂ ਸਮਝਾਈਆਂ ਕਿ ਤੁਸੀਂ ਇਸ ਤਰ੍ਹਾਂ ਦੇ ਅਗਰ ਬਿੱਲ ਲੈ ਕੇ ਆਉਂਦੇ ਹੋ 'ਚ ਕਿਸਾਨਾਂ ਦਾ ਕੋਈ ਹਿੱਤ ਨਹੀਂ ਹੈ, ਸਿਰਫ ਜਿਹੜੇ ਕਾਰਪੋਰੇਟਸ ਆ, ਔਰ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਜਿਹੜੇ ਫੇਲਡ ਮਾਡਲਸ ਨੇ ਯੂਰਪੀਅਨ ਕੰਟਰੀਜ਼ ਜਾਂ ਨਾਰਥ ਅਮਰੀਕਨ ਕੰਟਰੀਜ਼, ਉਹ ਆਪਾਂ ਲੈ ਕੇ ਆ ਰਹੇ ਹਾਂ, ਕੀ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਸਮਝਾਈਆਂ ਹੋਣੀਆਂ? ਦੇਖੋ, ਮੈਂ ਨਹੀਂ ਕਹਿ ਸਕਦਾ ਕਿ ਕਿਸ ਤਰ੍ਹਾਂ ਉਹਦਾ ਕਿਸ ਲੈਵਲ 'ਤੇ ਕੀ ਗੱਲ ਹੋਈ ਹੋਏਗੀ, ਇਹ ਤਾਂ ਮੈਂ ਨਹੀਂ ਜਾਣਦਾ। ਪਰ ਮੇਰਾ ਸਿਰਫ ਇਹ ਕਹਿਣਾ ਹੈਗਾ ਕਿ ਭਾਈ ਵੀ ਆਰ ਇਨ ਅ ਸਟੇਜ, ਅੱਜ ਦੁਨੀਆ ਵਿੱਚ ਅਸੀਂ ਦੇਖ ਲਈਏ ਕਿ ਅੱਜ ਸਾਰੀ ਦੁਨੀਆ ਵਿੱਚ ਇਕਨੋਮਿਕ ਅਗਰ ਗਰੋਥ ਨੂੰ ਦੇਖ ਲਈਏ ਮਾਡਲ ਨੂੰ, ਜਾਂ ਨਿਓ ਲਿਬਰਲਿਜ਼ਮ ਇਕਨੋਮਿਕਸ ਜਿਹਨੂੰ ਕਹਿੰਦੇ ਹੈਗੇ ਆ, ਉਹ ਹੁਣ ਦੁਨੀਆ ਵਿੱਚ ਉਹਦੇ ਉੱਪਰ ਬੜੇ ਸਵਾਲ ਉੱਠ ਰਹੇ ਹੈਗੇ। ਦੇਖੋ ਨਾ, ਨੋਬਲ ਲੌਰੀਏਟ ਜੋਸਫ ਸਟਿਕਲਿਸ ਸਾਹਿਬ, ਉਹਨਾਂ ਨੇ ਇੱਕ ਆਰਟੀਕਲ ਲਿਖਿਆ ਸੀਗਾ, ਉਹਨਾਂ ਨੇ ਕਿਹਾ ਹੈਗਾ ਕਿ ਨਿਊ ਲਿਬਰਲਿਜ਼ਮ ਇਜ਼ ਡੈਡ ਐਂਡ ਬਰੀਡ। ਦੁਨੀਆ ਵਿੱਚ ਸਵਾਲ ਕੀਤੇ ਜਾ ਰਹੇ ਉਹਦੇ ਉੱਪਰ, ਦੁਨੀਆ ਵਿੱਚ ਉਹਦੇ ਆਲਟਰਨੇਟਿਵ ਲੱਭੇ ਜਾ ਰਹੇ ਹੈਗੇ ਆ, ਜਾਂ ਉਹਨੂੰ ਕਿਸ ਤਰ੍ਹਾਂ ਅਮੈਂਡਮੈਂਟ ਕੀਤੀ ਜਾਏ ਜਾਂ ਇੰਪਰੂਵ ਕੀਤਾ ਜਾਏ, ਉਹ ਚਰਚਾ ਹੋ ਰਹੀ ਹੈ। ਸਾਡੇ ਦੇਸ਼ ਵਿੱਚ ਅਸੀਂ ਹਲੇ 10 ਸਾਲ ਪਿੱਛੇ ਹੈਗੇ ਜੋ ਦੁਨੀਆ ਵਿੱਚ ਹੋ ਰਿਹਾ ਹੈਗਾ, ਐਂਡ ਵੀ ਆਰ ਪੁਸ਼ਿੰਗ ਦੀ ਸੇਮ ਪਾਲਿਸੀ ਜਿਹੜੇ ਤੇ ਦੁਨੀਆ 'ਚ ਕ੍ਰਾਈਸਿਸ ਹੋ ਗਿਆ ਹੈਗਾ। ਤੁਸੀਂ ਮੈਨੂੰ ਦੱਸੋ ਕਿ ਸਾਡੇ ਦੇਸ਼ ਵਿੱਚ ਇੱਕ ਸਿਸਟਮ ਹੈਗਾ ਮਿਨੀਮਮ ਸਪੋਰਟ ਪ੍ਰਾਈਸ ਦਾ। ਮਿਨੀਮਮ ਸਪੋਰਟ ਪ੍ਰਾਈਸ ਹਿੰਦੁਸਤਾਨ ਵਿੱਚ ਮੇਰਾ ਮੰਨਣਾ ਹੈਗਾ ਕਿ ਇਟ ਵਾਜ਼ ਅ ਰਿਮਾਰਕੇਬਲ ਪਾਲਿਸੀ ਮੇਕਰਸ ਦਾ ਉਸ ਟਾਈਮ ਇਨੀਸ਼ੀਏਟਿਵ ਹੋਇਆ ਜਦ ਗ੍ਰੀਨ ਰੈਵੋਲੂਸ਼ਨ ਆਇਆ ਹੈਗਾ। ਉਹਨਾਂ ਨੇ ਰੈਗੂਲੇਟ ਕਰਤੀਆਂ ਮੰਡੀਆਂ, ਮੰਡੀ ਰੈਗੂਲੇਟ ਕਰਕੇ APMC ਦੀ ਮੰਡੀਆਂ ਨੈਟਵਰਕ ਬਣ ਗਿਆ, ਜਿਹੜਾ ਕਿ ਅਧਿਕਤਰ ਪੰਜਾਬ ਹਰਿਆਣੇ ਵਿੱਚ ਸਪਰੈਡ ਆਊਟ ਹੋਇਆ, ਅਸੀਂ ਸਭ ਜਾਣਦੇ ਹੈਗੇ ਹਾਂ। 6% ਸ਼ਾਂਤਾ ਕੁਮਾਰ ਕਮੇਟੀ ਨੇ ਕਿਹਾ ਸੀਗਾ ਕਿ 6% ਕਿਸਾਨਾਂ ਨੂੰ ਮਿਨੀਮਮ ਸਪੋਰਟ ਪ੍ਰਾਈਸ ਮਿਲਦਾ ਹੈਗਾ। ਮਤਲਬ ਕਹਿੰਦਾ ਹੈਗਾ ਕਿ 94% ਫਾਰਮਰਸ ਮਾਰਕੀਟਸ ਉੱਪਰ ਡਿਪੈਂਡੈਂਟ ਸੀਗੇ। ਅਗਰ ਮਾਰਕੀਟਸ ਇੰਨੀ ਅੱਛੀ ਹੁੰਦੀਆਂ ਤੇ ਕਿਸਾਨ ਬੇਵਕੂਫ ਨਹੀਂ ਹੈ, ਉਹ ਵੀ ਡਿਮਾਂਡ ਕਰਦਾ ਕਿ ਸਾਨੂੰ ਮਾਰਕੀਟ ਚਾਹੀਦੇ, ਸਾਨੂੰ MSP ਬੰਦ ਕਰੋ ਜਾਂ ਨਾ ਕਰੋ, ਸਾਨੂੰ ਕੋਈ ਮਤਲਬ ਨਹੀਂ ਹੈਗਾ। ਲੇਕਿਨ ਇੰਨੇ ਸਾਲਾਂ ਬਾਅਦ ਵੀ, ਇੰਨੇ ਦਸ਼ਕਾਂ ਬਾਅਦ ਵੀ ਅਗਰ ਕਿਸਾਨ ਬੋਲ ਰਿਹਾ ਹੈ ਕਿ ਮੈਨੂੰ ਮਿਨੀਮਮ ਸਪੋਰਟ ਪ੍ਰਾਈਸ ਚਾਹੀਦਾ, ਇਹ ਮਤਲਬ ਹੈ ਕਿ ਦੈਟ ਮਾਰਕੀਟਸ ਹੈਵ ਫੇਲਡ। ਪਹਿਲੀ ਗੱਲ ਤਾਂ ਇਹ ਹੋ ਗਈ। ਦੂਸਰੀ ਗੱਲ ਸਰ ਇਹ ਹੈਗਾ ਕਿ ਮਿਨੀਮਮ ਸਪੋਰਟ ਪ੍ਰਾਈਸ ਦਾ ਪੰਜਾਬ ਹਰਿਆਣੇ ਵਿੱਚ ਕਿਉਂ ਇੰਨਾ ਜ਼ਿਆਦਾ ਗੁੱਸਾ ਹੈਗਾ, ਕਿਉਂਕਿ 84% ਫਾਰਮਰਸ ਜਿਹੜੇ ਹੈਗੇ ਜਿਨ੍ਹਾਂ ਨੂੰ ਮਿਨੀਮਮ ਸਪੋਰਟ ਪ੍ਰਾਈਸ ਮਿਲਦਾ ਉਹ ਪੰਜਾਬ ਹਰਿਆਣਾ ਵਿੱਚ ਹੈਗੇ। ਇਸੇ ਕਰਕੇ ਤੁਸੀਂ ਦੇਖ ਰਹੇ ਹੋ ਸੜਕਾਂ 'ਤੇ ਜਿਹੜਾ ਗੁੱਸਾ ਹੈਗਾ ਉਹ ਇਸ ਕਰਕੇ ਹੈਗਾ। ਲੇਕਿਨ ਜਿਹੜੇ ਬਾਕੀ ਦੇਸ਼ ਵਿੱਚ ਹੈਗੇ ਆ ਕਿਸਾਨ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਮਿਨੀਮਮ ਸਪੋਰਟ ਪ੍ਰਾਈਸ ਕੀ ਹੁੰਦਾ। ਮੈਨੂੰ ਯਾਦ ਹੈ ਸ਼ਰਦ ਪਵਾਰ ਜਦ ਐਗਰੀਕਲਚਰ ਮਿਨਿਸਟਰ ਸੀਗੇ, ਉਹਨਾਂ ਨੇ ਇੱਕ ਪਾਰਲੀਮੈਂਟ ਸਟੇਟਮੈਂਟ ਦਿੱਤੀ ਸੀਗੀ ਕਿ 71% ਫਾਰਮਰਸ ਨੂੰ ਇਹੀ ਨਹੀਂ ਪਤਾ ਕਿ ਮਿਨੀਮਮ ਸਪੋਰਟ ਪ੍ਰਾਈਸ ਕੀ ਹੁੰਦਾ।
ਉਹਨਾਂ ਨੂੰ ਕਨਸੈਪਟ ਹੀ ਕਲੀਅਰ ਨਹੀਂ ਹੈਗਾ। ਤੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਕੀ ਚੀਜ਼ ਲੂਜ਼ ਕੀਤੀ ਹੈਗੀ, ਸਾਨੂੰ ਕਿਸ ਚੀਜ਼ ਦਾ ਮਤਲਬ ਇੰਨੇ ਸਾਲਾਂ ਤੋਂ ਡਿਪਰਾਈਵ ਹੋਏ ਹੈਗੇ ਆ, ਉਹ ਕਿੱਥੇ ਲੜਨਗੇ, ਕਿੱਥੇ ਸਮਝਣਗੇ। ਸਾਡੇ ਕੋਲ ਜਿਹੜਾ ਇਹ ਸਕਸੈਸਫੁਲ ਮਾਡਲ ਹੈਗਾ, ਅਸੀਂ ਇਹਨੂੰ ਦੇਸ਼ ਵਿੱਚ ਕਿਉਂ ਨਹੀਂ ਐਕਸਪੈਂਡ ਕਰ ਸਕਦੇ? ਕਿ ਸਾਡੇ ਕੋਲ ਇੱਕ ਐਸਾ ਮਾਡਲ ਹੈਗਾ ਕਿ ਜਿਹੜਾ ਅਸ਼ੋਰਡ ਇਨਕਮ ਦੇਣ ਵਾਸਤੇ ਹੋਰ ਕੋਈ ਰਸਤਾ ਹੈ ਹੀ ਨਹੀਂ ਹੈ ਸਿਵਾਏ ਮਿਨੀਮਮ ਸਪੋਰਟ ਪ੍ਰਾਈਸ ਤੋਂ। ਇਹ ਸਾਡੇ ਕੋਲ, ਇਹ ਸਾਡੇ ਇਕੋਨੋਮਿਸਟ ਨੂੰ ਚਾਹੀਦਾ ਸੀਗਾ, ਸੋਚਦੇ ਕਰਦੇ। ਹੁਣ ਦੇਖੋ ਬਿਹਾਰ 'ਚ 2006 ਤੋਂ ਲੈ ਕੇ ਅੱਜ ਤੱਕ ਉਹਨਾਂ ਨੇ APMC ਐਕਟ ਉਸ ਟਾਈਮ ਬੰਦ ਕਰਤਾ ਸੀਗਾ। ਇੱਕ ਮੈਨੂੰ ਯਾਦ ਹੈ ਉਸ ਟਾਈਮ ਬੜੀ ਐਕਸਾਈਟਮੈਂਟ ਸੀਗੀ ਜੀ, ਕਿਹਾ ਜਾਂਦਾ ਸੀਗਾ ਕਿ ਬਈ ਬਿਹਾਰ ਵਿਲ ਬੀ ਦੀ ਫਿਊਚਰ ਰੋਲ ਮਾਡਲ ਆਫ ਮਾਰਕੀਟ ਡਰਿਵਨ ਐਗਰੀਕਲਚਰ। ਅੱਜ 14 ਸਾਲ ਹੋ ਗਏ। ਇਸ ਸਾਲ ਹੁਣ ਜਿਹੜਾ ਪੈਡੀ ਹਾਰਵੈਸਟ ਸੀਜ਼ਨ ਖਤਮ ਹੋਇਆ, 40 ਲੱਖ ਟਨ ਪੈਡੀ UP ਔਰ ਬਿਹਾਰ ਤੋਂ ਆ ਕੇ ਪੰਜਾਬ ਵਿੱਚ ਵਿਕਦੀ ਹੈ। ਕਿਉਂ? ਉੱਥੇ 1100-1200 ਜ਼ਿਆਦਾ ਤੋਂ ਇੱਕ ਪਰ ਕੁਇੰਟਲ ਪ੍ਰਾਈਸ ਮਿਲਦਾ ਹੈਗਾ ਕਿਸਾਨਾਂ ਨੂੰ, ਇੱਥੇ 1888 ਰੁਪਏ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਉਹ ਮਿਲਦਾ। ਇਹਦਾ ਮਤਲਬ ਕੀ ਹੋਇਆ ਕਿ ਤੁਸੀਂ ਜੇ ਅੱਜ ਪੰਜਾਬ ਵਿੱਚ ਹਟ ਜਾਏਗਾ, ਜੋ ਪੰਜਾਬ ਦੇ ਕਿਸਾਨ ਕਹਿ ਰਹੇ ਹੈਗੇ ਕਿ ਬਈ ਆਸਤੇ ਆਸਤੇ ਉਹਨਾਂ ਨੂੰ ਡਰ ਹੈਗਾ ਕਿ MSP ਹਟ ਜਾਏਗਾ, ਤਾਂ ਪੰਜਾਬ ਦਾ ਕਿਸਾਨ ਵੀ ਬਿਹਾਰ ਦੇ ਕਿਸਾਨ ਦੇ ਬਰਾਬਰ ਆ ਜਾਏਗਾ। ਕਿਉਂ ਨਹੀਂ ਅਸੀਂ ਉਲਟਾ ਕਰਦੇ ਕਿ ਬਿਹਾਰ ਦਾ ਕਿਸਾਨ ਵੀ ਪੰਜਾਬ ਦੇ ਬਰਾਬਰ ਹੈ? ਉਹ ਕਿਸ ਤਰ੍ਹਾਂ ਹੋ ਸਕਦਾ ਹੈ? ਜੋ ਪੰਜਾਬ ਨੇ ਕੀਤਾ ਹੈਗਾ ਉਹਨੂੰ ਰੈਪਲੀਕੇਟ ਕਰਨ ਦੀ ਜ਼ਰੂਰਤ ਹੈਗੀ ਹੈ। ਕਮਿਸ਼ਨ ਫਾਰ ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ ਜਿਹੜਾ ਸਰਕਾਰ ਦਾ ਜਿਹੜਾ ਇੱਕ ਡਿਪਾਰਟਮੈਂਟ ਹੈ ਜਾਂ ਸਰਕਾਰ ਦਾ ਇੱਕ ਵਿੰਗ ਹੈਗਾ ਜਿਹੜਾ ਕਿ ਮਿਨੀਮਮ ਸਪੋਰਟ ਪ੍ਰਾਈਸ ਵਰਕਆਊਟ ਕਰਦਾ, ਉਹਨਾਂ ਨੇ ਆਪਣੀ ਇੱਕ ਰਿਪੋਰਟ 'ਚ ਲਿਖਿਆ 2018-19 ਦੀ ਖਰੀਫ ਦੀ ਰਿਪੋਰਟ ਵਿੱਚ ਕਿ ਰਾਈਟ ਟੂ ਸੈਲ ਐਟ MSP ਇਹ ਕਿਸਾਨ ਦਾ ਬਣਾਉਣਾ ਚਾਹੀਦਾ। ਇਹ ਉਹਨਾਂ ਨੇ ਖੁਦ ਲਿਖਿਆ, ਸਰਕਾਰ ਨੇ ਖੁਦ ਕਿਹਾ। ਤੇ ਇਹ ਕਹਿਣਾ ਕਿ ਬਈ ਇਹ ਨਹੀਂ ਹੋ ਸਕਦਾ, ਤੁਹਾਡਾ CACP ਨੇ ਤਾਂ ਪਹਿਲੇ ਕਿਹਾ ਸੀਗਾ ਇਹ ਗੱਲ। ਬਹੁਤ ਸਾਰੇ ਲੋਕੀ ਇੱਕ ਇਹ ਵੀ ਇੰਪ੍ਰੈਸ਼ਨ ਦਿੰਦੇ ਹੈ ਜਾਂ ਡਰਾ ਰਹੇ ਹੈਗੇ ਕਿ ਸਰਕਾਰ ਨੂੰ ਖਰੀਦਣਾ ਪਏਗਾ ਹਰ ਇੱਕ ਚੀਜ਼, ਤਾਂ ਉਹ ਸਰਕਾਰ ਕੋਲ ਪੈਸਾ ਕਿੱਥੇ ਹੈਗਾ। ਮੈਂ ਕਹਿੰਦਾ ਸਰਕਾਰ ਨੂੰ ਖਰੀਦਣਾ ਨਹੀਂ ਪਏਗਾ। ਤੁਸੀਂ ਸਿਰਫ ਇਹ ਕੀਤਾ ਕਿ ਜੇ ਸਪੋਜ਼ ਕਰੋ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ, ਮੂੰਗ ਹੈ। ਮੂੰਗ ਦਾ ਜਿਹੜਾ ਪ੍ਰੋਕਿਊਰਮੈਂਟ ਪ੍ਰਾਈਸ ਹੈ 72 ਰੁਪਏ ਪਰ ਕਿਲੋ ਹੈਗਾ, ਮਾਰਕੀਟਸ ਵਿੱਚ ਮਿਲ ਰਿਹਾ 50 ਰੁਪਏ 55 ਰੁਪਏ। ਜੇ ਤੁਸੀਂ 55 ਰੁਪਏ ਵੀ ਮਿਲ ਰਿਹਾ ਹੈਗਾ, ਤੁਸੀਂ 60 ਰੁਪਏ ਕਰਤਾ ਕਿ ਕਿਸੇ ਟ੍ਰੇਡ ਨੇ, ਤੁਸੀਂ ਕਹੋਗੇ ਅਸੀਂ ਜ਼ਿਆਦਾ ਕੀਮਤ ਦੇ ਰਹੇ ਹਾਂ, ਪਰ ਜ਼ਿਆਦਾ ਕੀਮਤ ਨਹੀਂ ਹੋਈ ਨਾ, ਤੁਸੀਂ ਵੀ ਐਕਸਪਲੋਇਟ ਕਰ ਰਹੇ ਹੋ। ਤੁਸੀਂ 72 ਰੁਪਏ ਦਿਓਗੇ ਤਾਂ ਅਸੀਂ ਮੰਨੀਏ ਜ਼ਿਆਦਾ ਤੁਸੀਂ ਕੀਮਤ ਦੇ ਰਹੇ ਹੋ। ਤਾਂ ਉਹ ਜਿਹੜਾ ਗੈਪ ਹੈ ਉਹ ਕੌਣ ਪੇ ਕਰੇਗਾ? ਮੇਰਾ ਕਹਿਣਾ ਕਿ ਜੇ ਅਸੀਂ ਬੈਂਚਮਾਰਕ ਹੀ ਉਠਾ ਦਈਏ ਕਿ ਅਸੀਂ 50 ਨਹੀਂ, ਅਸੀਂ 72 ਰੁਪਏ ਤੇ ਟ੍ਰੇਡਿੰਗ ਕਰਾਂਗੇ, ਉਹ ਥੱਲੇ ਟ੍ਰੇਡਿੰਗ ਨਹੀਂ ਕਰਾਂਗੇ, ਤਾਂ ਜਿਹੜੀ ਟ੍ਰੇਡ ਹੈ ਉਹਨੂੰ ਵੀ ਮਜਬੂਰਨ ਉਹ ਕਰਨਾ ਪਏਗਾ ਨਾ, 72 ਰੁਪਏ ਤੋਂ ਦੇਣਾ ਪਏਗਾ। ਤਾਂ ਜਦ ਸਾਰੀ ਕੰਟਰੀ ਵਿੱਚ ਇੱਕ ਯੂਨੀਫਾਰਮ ਪੈਟਰਨ ਹੋ ਜਾਏਗਾ ਤਾਂ ਉਹ ਟ੍ਰੇਡ ਤਾਂ ਉਸੇ ਲੈਵਲ ਤੇ ਆਪਰੇਟ ਕਰੇਗੀ। ਸਰਕਾਰ ਨੂੰ ਥੋੜ੍ਹਾ ਖਰੀਦਣਾ ਪਏਗਾ। ਦੂਜੀ ਗੱਲ ਹੈ ਕਿ ਸਰਕਾਰ ਨੂੰ ਖਰੀਦਣਾ ਹੀ ਪੈ ਗਿਆ ਤਾਂ ਵੀ ਸਮਝੀਏ ਅਸੀਂ, ਜਦ ਅਸੀਂ ਲੀਗਲ ਰਾਈਟ ਬਣਾ ਦਈਏ, ਅਧਿਕਾਰ ਬਣਾ ਦਈਏ 23 ਫਸਲਾਂ ਤੇ। 23 ਫਸਲਾਂ ਤੇ ਇਸ ਕਰਕੇ ਮੈਂ ਕਿਹਾ ਕਿਉਂਕਿ ਅਸੀਂ ਸਰਕਾਰ ਹਰ ਸਾਲ 23 ਫਸਲਾਂ ਦਾ MSP ਅਨਾਉਂਸ ਕਰਦੀ ਹੈ, ਪਰ ਦਿੰਦੀ ਨਹੀਂ ਹੈ, ਉਹ ਅਲੱਗ ਗੱਲ ਹੈ। ਤੁਸੀਂ ਕੇਰਲਾ ਦਾ ਐਗਜ਼ਾਮਪਲ ਲਓ। ਕੇਰਲਾ ਨੇ ਹੁਣ 16 ਫਸਲਾਂ ਤੇ ਵੈਜੀਟੇਬਲਸ ਤੇ ਉਹਨਾਂ ਨੇ ਮਿਨੀਮਮ ਸਪੋਰਟ ਪ੍ਰਾਈਸ ਬਣਾਤਾ ਹੈਗਾ। ਉਹ ਇੱਕ ਕਾਸਟ ਆਫ ਪ੍ਰੋਡਕਸ਼ਨ ਉਹਦੇ ਉੱਪਰ 20% ਦੇ ਕੇ ਉਹ ਕਹਿੰਦੇ ਇਹ ਤੁਹਾਡਾ ਮਿਨੀਮਮ ਮਿਲ ਗਿਆ, ਕਿਸਾਨਾਂ ਨੂੰ ਮਿਲਣਾ ਚਾਹੀਦਾ। ਉਹਨਾਂ ਨੇ ਇਹਦੇ ਵਾਸਤੇ 35 ਕਰੋੜ ਰੁਪਏ ਦੀ ਐਲੋਕੇਸ਼ਨ ਵੀ ਕੀਤੀ ਹੈ, ਲੇਕਿਨ ਯੂਜ਼ 'ਚ ਨਹੀਂ ਆਇਆ 35 ਕਰੋੜ। ਹੁਣ ਤੁਸੀਂ ਬੋਲੋਗੇ ਦੇਖੋ ਜੀ ਉਹਨਾਂ ਨੇ ਅਨਾਊਂਸ ਕਰਤਾ ਲੇਕਿਨ ਉਹਨਾਂ ਨੇ ਖਰਚਿਆ ਨਹੀਂ ਹੈ, ਮਤਲਬ ਦੇ ਆਰ ਨਾਟ ਸੀਰੀਅਸ, ਹੈ ਨਾ। ਐਸੀ ਗੱਲ ਨਹੀਂ ਹੈ। ਉਹ ਇਸ ਕਰਕੇ ਨਹੀਂ ਯੂਜ਼ ਕੀਤਾ ਕਿਉਂਕਿ ਨਾ ਉੱਥੇ ਦੇਖਿਆ ਜਾ ਰਿਹਾ ਕਿ ਜੋ ਸਰਕਾਰ ਨੇ ਪ੍ਰਾਈਸ ਅਨਾਊਂਸ ਕੀਤਾ ਹੈ ਨਾ, ਕਾਸਟ ਆਫ ਪ੍ਰੋਡਕਸ਼ਨ ਪਲੱਸ 20%, ਉਹ ਆਲਰੇਡੀ ਮਾਰਕੀਟ ਉਹਦੇ ਜ਼ਿਆਦਾ ਪ੍ਰਾਈਸ ਮਿਲ ਰਹੀ ਹੈ। ਜਦ ਤੁਹਾਨੂੰ ਜ਼ਿਆਦਾ ਕੀਮਤ ਮਿਲ ਰਹੀ ਹੈ ਤੁਹਾਨੂੰ ਉਹਦੀ ਜ਼ਰੂਰਤ ਹੀ ਨਹੀਂ ਹੈ। ਇਸ ਤਰੀਕੇ ਨਾਲ ਇਸ ਤਰ੍ਹਾਂ ਹੋਏਗਾ ਜੇ ਅਸੀਂ ਸਾਰੀ 23 ਫਸਲਾਂ 'ਚ ਕਰ ਦੇਵਾਂਗੇ ਤਾਂ ਆਲਰੇਡੀ ਮਾਰਕੀਟ ਵਿੱਚ ਕੀਮਤ ਜ਼ਿਆਦਾ ਮਿਲੇਗੀ, ਸਰਕਾਰ ਨੂੰ ਉਹ 'ਚ ਨਹੀਂ ਸਟੈਪ ਇਨ ਕਰਨਾ ਪਏਗਾ, ਨਹੀਂ ਖਰੀਦਣਾ ਪਏਗਾ। ਇੱਕ ਗੱਲ। ਦੂਸਰੀ ਗੱਲ ਹੈ ਕਿ ਜਦ ਅਸੀਂ ਕਾਰਪੋਰੇਟ ਨੂੰ ਜਿੰਨੇ ਅਸੀਂ ਉਹ ਦਿੰਦੇ ਹੈਗੇ ਆ ਟੈਕਸ ਕੰਸੈਸ਼ਨਸ ਜਾਂ ਜੋ ਸਪੋਰਟ ਦਿੰਦੇ ਆ, ਉਹ ਤਾਂ ਕਦੀ ਕਿਸੇ ਨੇ ਕਿਹਾ ਹੀ ਨਹੀਂ ਦੇਸ਼ ਵਿੱਚ ਕਿ ਪੈਸਾ ਕਿੱਥੋਂ ਆਏਗਾ। ਹਾਂਜੀ, ਸਿਰਫ ਜਦ ਅਸੀਂ ਗਰੀਬ ਆਦਮੀ ਨੂੰ ਜਾਂ ਕਿਸਾਨਾਂ ਨੂੰ ਦੇਣਾ ਚਾਹੁੰਦੇ ਹਾਂ ਤਾਂ ਸਾਡੇ ਦੇਸ਼ ਵਿੱਚ ਹਾਹਾਕਾਰ ਮਚਦਾ ਕਿ ਪੈਸਾ ਕਿੱਥੋਂ ਆਏਗਾ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਦਾਹਰਨ ਦੇਣਾ ਹੈ ਕਿ 2009 ਵਿੱਚ ਅਸੀਂ ਕਾਰਪੋਰੇਟਸ ਨੂੰ ਟੈਕਸ ਕੰਸੈਸ਼ਨ ਦਿੱਤੇ ਸੀਗੇ, ਸਟਿਮੂਲਸ ਪੈਕੇਜ ਜਿਹਨੂੰ ਕਹਿੰਦੇ ਹੈਗੇ 1.8 ਲੱਖ ਕਰੋੜ ਸਾਲ ਦਾ, 1,80,000 ਕਰੋੜ ਰੁਪਏ ਦਾ ਪੈਕੇਜ ਦਿੱਤਾ ਸੀਗਾ। ਉਹ 1 ਜਾਂ 2 ਸਾਲ ਚੱਲਣਾ ਚਾਹੀਦਾ ਸੀਗਾ, ਉਹ 10 ਸਾਲ ਹੋ ਗਏ ਸਰ, ਉਹ ਚੱਲੀ ਜਾ ਰਿਹਾ। ਯਾਨੀ ਅਸੀਂ 18 ਲੱਖ ਕਰੋੜ ਤੋਂ ਜ਼ਿਆਦਾ ਲੱਖ ਦੇ ਚੁੱਕੇ ਹਾਂ ਕਾਰਪੋਰੇਟਸ ਨੂੰ, ਕਿਸ ਨੇ ਪੁੱਛਿਆ ਨਹੀਂ ਕਿ ਪੈਸਾ ਕਿੱਥੋਂ ਆਇਆ। ਲੇਕਿਨ ਜੇ ਇਹੀ 18 ਲੱਖ ਅਸੀਂ ਕਾਰਪੋਰੇਟ ਦੇ ਬਜਾਏ ਐਗਰੀਕਲਚਰ ਨੂੰ ਦੇ ਦਿੰਦੇ ਤਾਂ ਤੁਸੀਂ ਦੇਖੋ ਕਿੰਨਾ ਹੰਗਾਮਾ ਦੇਸ਼ ਵਿੱਚ ਹੋ ਜਾਣਾ ਸੀਗਾ। ਕਹਿਣ ਦਾ ਮਤਲਬ ਹੈ ਕਿ ਸਾਡੀ ਸੋਚ ਨੂੰ ਬਦਲਣਾ ਪਏਗਾ, ਸਾਨੂੰ ਇਕਨੋਮਿਕ ਰੈਸ਼ਨਲਾਈਜੇਸ਼ਨ ਕਰਨੀ ਪੈਣਗੀ। ਫਾਈਨੈਂਸ਼ੀਅਲ ਜਿਹੜਾ ਅਸੀਂ ਸਪੋਰਟ ਦਿੰਦੇ ਹੈਗੇ ਆ, ਇਹ ਬਹੁਤ ਗਲਤ ਸਿਸਟਮ ਹੈਗਾ ਕਿ ਤੁਸੀਂ ਯੂ ਹੈਵ ਏ ਸਿਸਟਮ ਵੇਅਰ ਜੋ ਮੈਂ ਕਹਿਣਾ ਆਇਆ ਹੈਗਾ ਕਿ ਵੀ ਹੈਵ ਸੋਸ਼ਲਿਜ਼ਮ ਫਾਰ ਕਾਰਪੋਰੇਟਸ ਐਂਡ ਵੀ ਹੈਵ ਕੈਪੀਟਲਿਜ਼ਮ ਫਾਰ ਫਾਰਮਰਸ। ਆਈ ਥਿੰਕ ਦਿਸ ਹੈਜ਼ ਟੂ ਚੇਂਜ। ਅਸਲੀ ਕਿਸਾਨ ਦੀ ਆਜ਼ਾਦੀ ਤਾਂ ਹੀ ਹੋਏਗੀ ਚਾਹੇ ਮੰਡੀ ਦੇ ਬਾਹਰ ਵੇਚੇ, ਮੰਡੀ ਦੇ ਅੰਦਰ ਵੇਚੇ, ਅਮਰੀਕਾ 'ਚ ਵੇਚੇ, ਯੂਰਪ 'ਚ ਵੇਚੇ, ਉਹਨੂੰ ਇਹ ਪਤਾ ਹੋਵੇਗਾ ਕਿ ਘੱਟ ਤੋਂ ਘੱਟ ਮਿਨੀਮਮ ਸਪੋਰਟ ਪ੍ਰਾਈਸ ਤੋਂ ਉਹਨੂੰ ਉੱਪਰ ਹੀ ਮਿਲੇਗਾ ਜਾਂ ਘੱਟ ਤੋਂ ਘੱਟ ਮਿਨੀਮਮ ਸਪੋਰਟ ਪ੍ਰਾਈਸ ਮਿਲੇਗਾ। ਉਹ ਅਸਲੀ ਆਜ਼ਾਦੀ ਹੋਏਗੀ।